ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ, ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਈ ਦਿਨਾਂ ਤੋਂ ਆਪਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠ ਕੇ ਅਗੰਮੀ ਇਲਾਹੀ ਬਾਣੀ ਨੂੰ ਪੜ੍ਹਨ ਦਾ, ਸਮਝਣ ਦਾ, ਵਿਚਾਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ, ਜੋ ਸ੍ਰੀ ਜਪਜੀ ਸਾਹਿਬ ਜੀ ਦੇ ਨਾਂ ਨਾਲ ਸਭ ਤੋਂ ਪਹਿਲਾਂ ਅੰਕਿਤ ਹੈ, ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਹੈ, ਉਸ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ। ਗੁਰੂ ਬਾਬਾ ਜੀ ਨੇ ਪਹਿਲਾਂ ਆਪਾਂ ਨੂੰ ਇੱਕ ਓੰਕਾਰ ਬਾਰੇ ਸਮਝਾਇਆ ਕਿ ਉਹ ਪਰਮਾਤਮਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਇੱਕ ਹੈ, ਇੱਕ ਰਸ ਵਿਆਪਕ ਹੈ, ਤੇ ਇਹ ਜੀਵ ਉਹ ਤੇਰੇ ਅੰਦਰ ਹੀ ਹੈ। ਤੇਰੀ ਅੰਦਰੋਂ ਉਹ ਪਰਮਾਤਮਾ ਤੋਂ, ਅਕਾਲ ਪੁਰਖ ਤੋਂ, ਵਾਹਿਗੁਰੂ ਤੋਂ ਵਿੱਥ ਪਈ ਹੋਈ ਆ। ਉਹ ਵਿੱਥ ਆ ਜਿਹੜੀ ਵੱਧਦੀ ਜਾਂਦੀ ਹੈ, ਤੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਹ ਕਿਵੇਂ ਕੂੜ ਦੀ ਪਾਲ ਆਤਮਾ ਤੇ ਪਰਮਾਤਮਾ ਦੇ ਵਿੱਚ ਪਈ ਹੋਈ ਦੂਰੀ ਕਿਵੇਂ ਟੁੱਟੇ, ਕਿਵੇਂ ਇਹ ਘਟੇ। ਤਾਂ ਅੱਗੇ ਗੁਰੂ ਬਾਬਾ ਜੀ ਨੇ ਸਮਝਾਇਆ ਸੀ ਆਪਾਂ ਨੂੰ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੇ ਹੁਕਮ ਦੇ ਵਿੱਚ ਚੱਲ ਕੇ ਵਿੱਥ ਨੂੰ ਮਿਟਾਇਆ ਜਾ ਸਕਦਾ, ਦੂਰੀ ਨੂੰ ਖਤਮ ਕੀਤਾ ਜਾ ਸਕਦਾ। ਉਸ ਤੋਂ ਅੱਗੇ ਫਿਰ ਆਤਮਿਕ ਜੀਵਨ ਉੱਚਾ ਕਰਨ ਵਾਸਤੇ 5 ਖੰਡਾਂ ਦਾ ਵਰਣਨ ਆਇਆ ਸੀ। ਪਹਿਲਾਂ ਮਨੁੱਖ ਨੇ ਧਰਮੀ ਹੋਣਾ, ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ। ਇਹ 3 ਖੰਡਾਂ ਤੋਂ ਬਾਅਦ ਮਿਹਨਤ ਮਨੁੱਖ ਦੀ ਆ। ਫਿਰ ਮਿਹਨਤ ਮੇਰੀ ਤੇ ਰਹਿਮਤ ਤੇਰੀ ਵਾਲੀ ਗੱਲ ਇੱਥੇ ਸਿੱਧ ਹੁੰਦੀ ਆ। ਪਹਿਲਾਂ ਮਨੁੱਖ ਧਰਮੀ ਬਣਦਾ, ਗਿਆਨ ਪ੍ਰਾਪਤ ਕਰਦਾ, ਤੇ ਉਸ ਗਿਆਨ 'ਤੇ ਜਦੋਂ ਚੱਲਦਾ, ਆਪਣੇ ਆਪ ਨੂੰ ਸਵਾਰਦਾ, ਫਿਰ ਕਰਮਖੰਡ ਆਉਂਦਾ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤੇ ਉਹ ਬਖਸ਼ਿਸ਼ਾਂ ਦੇ ਰਾਹੀਂ ਮਨੁੱਖ ਜਿਉਂਦਾ ਹੀ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਤੇ ਸੱਚਖੰਡ ਵਾਸੀ ਸਮਝਣ ਲੱਗ ਜਾਂਦਾ। ਦੇਵਤਿਆਂ ਵਰਗਾ ਮਨੁੱਖ ਹੋ ਜਾਂਦਾ ਜਦੋਂ ਇੱਥੇ ਪਹੁੰਚ ਕੇ ਘਾੜਤ ਘੜੀ ਜਾਂਦੀ ਹੈ। ਤੇ ਕੋਈ ਵੀ ਗੁਰਮੁਖ ਪਿਆਰਾ ਇਸ ਅਗੰਮੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਆਪਣੇ ਉੱਪਰ ਇਹ ਲਾਗੂ ਕਰਕੇ ਇਹ ਅਵਸਥਾ ਤੱਕ ਪਹੁੰਚ ਸਕਦਾ ਹੈ। ਇਹ 5 ਖੰਡਾਂ ਦਾ ਜ਼ਿਕਰ ਆਪਾਂ ਨੂੰ ਸਮਝਾਇਆ ਗਿਆ ਸੀ। ਅੱਜ 38ਵੀਂ ਪੌੜੀ ਦੇ ਵਿੱਚ ਕੀ ਸਮਝਾ ਰਹੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਹੁਣ ਅਖੀਰ ਦੇ ਵਿੱਚ ਸਾਰਾ ਜਿਹੜਾ ਜੋ ਜਪਜੀ ਸਾਹਿਬ ਜੀ ਦਾ ਕਨਸੈਪਟ ਹੈ ਦੁਬਾਰਾ
ਸਾਨੂੰ ਜਿਵੇਂ ਕਹਿ ਲਈਏ ਵੀ ਛੋਟਾ ਕਰਕੇ ਸਮਝਾਇਆ ਜਾ ਰਿਹਾ। ਇੱਕ ਉਦਾਹਰਨ ਦੇ ਰਾਹੀਂ, ਜਿਵੇਂ ਇੱਕ ਸੁਨਿਆਰਾ ਵੀਰ ਆ, ਇਹ ਉਦਾਹਰਨ ਵੀ ਕਿਉਂ ਲਈ ਗਈ ਹੈ ਗੁਰੂ ਬਾਬਾ ਜੀ ਨੇ, ਕਿਉਂਕਿ ਸੁਨਿਆਰਾ ਵੀਰ ਆ ਜਿਹੜਾ, ਜਦੋਂ ਉਹ ਗਹਿਣਿਆਂ ਨੂੰ ਘੜਦਾ ਨਾ, ਉਹ ਧਿਆਨ ਇੱਧਰ ਉੱਧਰ ਨਹੀਂ ਕਰ ਸਕਦਾ। ਇੱਕ ਕਿਣਕਾ ਵੀ ਉਰੇ ਪਰੇ ਡਿੱਗ ਗਿਆ ਤਾਂ ਭਾਵ ਬਹੁਤ ਮਹਿੰਗਾ ਸੋਨਾ ਹੁੰਦਾ, ਤੇ ਉਹ ਆਪਣਾ ਉਹਨੂੰ ਤਪਾ ਕੇ ਜਿਹੜਾ ਹੈ ਘਾੜਤ ਘੜ ਦਿੰਦਾ ਗਹਿਣਿਆਂ ਦੀ। ਜਾਂ ਦੂਜਾ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ, ਕਿਉਂਕਿ ਅੰਦਾਜ਼ੇ ਹੀ ਲਾ ਸਕਦੇ ਹਾਂ ਕਿ ਗੁਰੂ ਬਾਬਾ ਜੀ ਨੇ ਕਿਉਂ ਇਹ ਉਦਾਹਰਨ ਦਿੱਤੀ। ਦੂਜੀ ਜਿਹੜਾ ਹੈ ਅੰਦਾਜ਼ਾ ਇਹ ਲਾ ਸਕਦੇ ਹਾਂ ਵੀ ਇਹ ਪਹਾਰੇ ਦੀ, ਸੁਨਿਆਰੇ ਦੀ ਵੀਰ ਦੀ ਉਦਾਹਰਨ ਉਹਦੀ ਦੁਕਾਨ ਦੀ ਤਾਂ ਦਿੱਤੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਸਭ ਦਾ ਮੂਲ ਇੱਕੋ ਹੀ ਆ, ਕਿਉਂਕਿ ਸਾਰੇ ਸੋਨਾ ਹੀ ਆ, ਤੇ ਬਾਹਰੋਂ ਗਹਿਣਿਆਂ ਦੀ ਤਰ੍ਹਾਂ ਤੇ ਵੱਖਰੇ ਵੱਖਰੇ ਹੋਏ ਬੈਠੇ ਆ। ਕੋਈ ਕੜਾ ਬਣਿਆ ਬੈਠਾ, ਕੋਈ ਛਾਪ ਬਣਿਆ ਬੈਠਾ, ਕੋਈ ਚੈਨੀ ਬਣਿਆ ਬੈਠਾ, ਇਸ ਤਰ੍ਹਾਂ ਵੱਖਰੇ ਵੱਖਰੇ ਸਾਡੇ ਰੂਪ ਬਣੇ ਬੈਠੇ ਆ। ਪਰ ਅਸਲ ਕੀ ਹੈ? ਅਸਲੂ ਇੱਕ ਧਾਤ, ਅਸਲ ਅੰਦਰ ਸੋਨਾ ਹੀ ਹੈ। ਤੇ ਸੁਨਿਆਰਾ ਵੀਰ ਕੀ ਕਰਦਾ? ਫਿਰ ਕੜੇ ਨੂੰ ਵੀ ਲੈਂਦਾ, ਚੈਨੀ ਨੂੰ ਵੀ ਲੈਂਦਾ, ਹੋਰ ਪੰਜੇਬਾਂ ਨੂੰ ਵੀ ਲੈਂਦਾ, ਸਾਰੇ ਵੱਖਰੇ ਵੱਖਰੇ ਗਹਿਣੇ ਲੈ ਕੇ ਨਾ ਉਹ ਆਪਣੇ ਫਿਰ ਉਹਦੇ ਵਿੱਚ ਜਿਹੜਾ ਹੈ ਭਾਂਡੇ ਦੇ ਵਿੱਚ ਪਾ ਲੈਂਦਾ ਤੇ ਥੱਲੇ ਬਾਲ ਦਿੰਦਾ ਅੱਗ। ਤੇ ਉਹ ਕਹਿੰਦੇ ਨਾ ਬਹੁਤ ਭੁੜਕਦਾ ਜਦੋਂ ਅੱਗ ਬਾਲੀ ਜਾਂਦੀ ਹੈ ਨਾ। ਸੋਨਾ ਜਦੋਂ ਮੈਲ ਹੁੰਦੀ ਹੈ, ਜਿਹਨੂੰ ਖੋਟ ਕਹਿ ਲਈਏ, ਖੋਟ ਬਿਨਾਂ ਗਹਿਣੇ ਨਹੀਂ ਬਣਦੇ, ਉਹ ਜਦੋਂ ਕੱਢਣੀ ਹੁੰਦੀ ਹੈ ਫਿਰ ਕੀ ਜਿਹੜਾ ਪ੍ਰੋਸੈਸ ਹੁੰਦਾ ਸੁਨਿਆਰੇ ਵੀਰ ਦਾ, ਜਦੋਂ ਉਹ ਤਾ ਦਿੰਦਾ ਤੇ ਬਹੁਤ ਸੋਨਾ ਉਹ ਭੁੜਕਦਾ। ਕਹਿੰਦੇ ਬਾਹਰ ਨੂੰ ਆਏ ਜਿਹੜੇ ਹੈ ਉਹਦੇ ਛਿੱਟੇ ਪੈਂਦੇ, ਜਿਵੇਂ ਐਂ ਸਮਝ ਲਈਏ। ਤੇ ਫਿਰ ਉਹ ਤਾ ਦੇ ਹੀ ਜਾਂਦਾ ਸੁਨਿਆਰੇ ਵੀਰ ਨੂੰ ਪਤਾ, ਕਿਉਂਕਿ ਉਹਦਾ ਰੋਜ਼ ਦਾ ਕੰਮ ਆ। ਤੇ ਹੌਲੀ ਹੌਲੀ ਫਿਰ ਉਹ ਸੋਨਾ ਜਦੋਂ ਪਿਓਰ ਹੋ ਜਾਂਦਾ ਨਾ, ਉਹ ਟਿਕ ਜਾਂਦਾ ਕੁਠਾਲੀ ਦੇ ਵਿੱਚ। ਭਾਵ ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕੁਠਾਲੀ ਦੇ ਵਿੱਚ ਮਨਾ ਰੂਪੀ ਗਹਿਣਿਆਂ ਨੂੰ ਤਾ ਦੇਵਾਂਗੇ, ਪਹਿਲਾਂ ਭੁੜਕੇਗਾ, ਕਿਉਂਕਿ ਪਹਿਲਾਂ ਸਾਡਾ ਸੁਣਿਆ ਸੁਣਾਇਆ ਗਿਆਨ ਆ ਜਿਹੜਾ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਗਿਆਨ ਦੇ ਨਾਲ ਟਕਰਾਵੇਗਾ। ਕਈ ਗੱਲਾਂ ਅੰਦਰੋਂ ਟਕਰਾਉਂਦੀਆਂ, ਤੇ ਫਿਰ ਜਦੋਂ ਸੁਣਦਾ ਜਾਂਦਾ ਮਨੁੱਖ, ਸੁਣਦਾ ਜਾਂਦਾ ਤੇ ਫਿਰ ਹੌਲੀ ਹੌਲੀ ਜਿਹੜੀ ਮੈਲ ਆ ਨਿਕਲਦੀ ਜਾਂਦੀ ਹੈ। ਆਖਰ ਦੇ ਵਿੱਚ ਮਨੁੱਖ ਫਿਰ ਐਨ ਟਿਕ ਜਾਂਦਾ, ਪਿਓਰ ਹੋ ਜਾਂਦਾ, ਸ਼ੁੱਧ ਜਿਹੜਾ ਹੈ ਸੋਨਾ 12 ਬੰਨੀ ਦਾ ਉਹ ਬਣ ਜਾਂਦਾ। ਇਹ ਤਾਂ ਕਰਕੇ ਗੁਰੂ ਬਾਬਾ ਜੀ ਨੇ ਆਪਾਂ ਨੂੰ ਇਹ ਉਦਾਹਰਨ ਦਿੱਤੀ ਆ। ਹੁਣ ਬਾਹਰੋਂ ਦਿਮਾਗ ਦੇ ਵਿੱਚ ਇਹ ਰੱਖਣਾ ਕਿ ਜਿਵੇਂ ਇੱਕ ਸੁਨਿਆਰਾ ਵੀਰ ਬਹੁਤ ਹੀ ਧਿਆਨ ਦੇ ਨਾਲ, ਧਿਆਨ ਇੱਧਰ ਉੱਧਰ ਨਹੀਂ ਕਰਦਾ, ਤੇ ਉਸੇ ਤਰ੍ਹਾਂ ਅਸੀਂ ਮਨ ਨੂੰ ਗਹਿਣਾ ਬਣਾਉਣਾ, ਮਨ ਵਿਗੜਿਆ ਹੋਇਆ, ਇਹਨੂੰ ਤਾ ਦੇਣਾ, ਇਹਦਾ ਸੁੰਦਰ ਸਰੂਪ ਬਣਨਾ, ਇਹਦੀ ਘਾੜਤ ਘੜੀ ਜਾਣੀ ਹੈ। ਬਾਹਰਲੀ ਉਦਾਹਰਨ ਤੇ ਅੰਦਰ ਦੇ ਵਿੱਚ ਅੰਦਰ ਆ ਜਿਹੜੇ ਉਹ ਭਾਵ ਅਰਥ ਆ। ਤੇ ਕੀ ਸਮਝਾ ਰਹੇ ਹਨ, ਆਓ ਸਰਵਣ ਕਰੀਏ ਜੀ। ਜਤ ਪਹਾਰਾ ਧੀਰਜ ਸੁਨਿਆਰ, ਇਹ ਜਤ ਸਤ ਰੱਖਣਾ, ਵਿਕਾਰਾਂ ਵਾਲੇ ਪਾਸਿਓਂ ਮਨ ਨੂੰ ਮੋੜ ਕੇ ਰੱਖਣਾ। ਇਹ ਪਹਾਰਾ, ਇਹ ਜਿੱਥੇ ਸੁਨਿਆਰਾ ਵੀਰ ਕੰਮ ਕਰਦਾ, ਉਹਦੀ ਦੁਕਾਨ ਦਾ ਬੈਠਣ ਦਾ ਥਾਂ, ਉਹਨੂੰ ਇਹ ਬਣਾ ਭਾਈ, ਆਪਣੇ ਮਨ ਨੂੰ ਜਤੀ ਬਣਾ, ਵਿਕਾਰਾਂ ਵਾਲੇ ਪਾਸਿਓਂ ਮੋੜ ਕੇ ਰੱਖ। ਇਹ ਤੇਰੀ ਜਿਹੜੀ ਸੁਨਿਆਰੇ ਵੀਰ ਦੀ ਜਿਵੇਂ ਦੁਕਾਨ ਹੁੰਦੀ ਹੈ, ਇਸ ਤਰ੍ਹਾਂ ਦੀ ਦੁਕਾਨ ਹੋਵੇ। ਭਾਵ ਤੋਂ ਵਿਕਾਰਾਂ ਵਾਲੇ ਪਾਸਿਓਂ ਜਤ ਰੱਖਣਾ ਗੁਰਮੁਖ ਪਿਆਰਿਆ। ਧੀਰਜ ਸੁਨਿਆਰ, ਤੇ ਧੀਰਜ ਵੀ ਰੱਖਣਾ। ਫਿਰ ਜਿਵੇਂ ਕੋਈ ਚੀਜ਼ ਬੀਜੀ ਜਾਂਦੀ ਹੈ ਨਾ, ਜੇ ਹੁਣ ਮਤਲਬ ਫਸਲ ਬੀਜ ਦੀਏ, ਬੀਜ ਕੇ ਦੂਜੇ ਦਿਨ ਹੀ ਪੱਟ ਕੇ ਦੇਖ ਲਈਏ ਹਰੀ ਹੋ ਗਈ ਕਿ ਨਹੀਂ। ਚੰਗੇ ਕੰਮ ਕਰਨੇ ਆ, ਚੰਗਾ ਜਿਹੜਾ ਕਾਰਜ ਕਰਨਾ, ਨਾਮ ਜਪਣਾ, ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ, ਦੁਨੀਆ ਦੀ ਸੇਵਾ ਕਰਨੀ ਆ, ਪਰ ਭਟਕਣਾ ਨਹੀਂ ਕਿ ਮੈਨੂੰ ਕੀ ਮਿਲਿਆ। ਕਈ ਵਾਰੀ ਐਂ ਹੋ ਜਾਂਦਾ, ਮੈਂ ਐਂ ਕੀਤਾ, ਮੈਂ ਥੋੜ੍ਹਾ ਬਹੁਤਾ ਚੰਗਾ ਕੰਮ ਕੀਤਾ, ਉਹਦੇ ਬਦਲੇ 'ਚ ਮੈਨੂੰ ਕੀ ਮਿਲਿਆ। ਨਹੀਂ ਮਿਲੇਗਾ, ਆਉਣ ਵਾਲੇ ਸਮੇਂ 'ਚ ਮਿਲੇਗਾ। ਧੀਰਜ ਰੱਖ, ਸੁਨਿਆਰੇ ਵੀਰ ਵਾਂਗੂ ਧਿਆਨ ਨਾਲ ਗੁਰਬਾਣੀ ਨੂੰ ਸਰਵਣ ਕਰਨਾ। ਅਸੀਂ ਸਿੱਖ ਬੱਚਿਆਂ ਨੇ ਆਹਰਣ ਮਤ ਵੇਦ ਹਥਿਆਰ, ਤੇ ਫਿਰ ਭਾਈ ਉਹ ਗਹਿਣਾ ਜਦੋਂ ਬਣਾਉਂਦੇ ਆ, ਆਹਰਣ
ਜਿਹੜਾ ਆਪਣੀ ਜਿਹਦੇ ਤੇ ਰੱਖ ਕੇ ਘਾੜਤ ਘੜੀ ਜਾਂਦੀ ਹੈ ਗਹਿਣੇ ਦੀ, ਜਿਹਨੂੰ ਭਾਰਾ ਲੋਹਾ ਕਿਹਾ ਜਾਂਦਾ, ਆਹਰਣ ਜਿਹਨੂੰ ਕਿਹਾ ਜਾਂਦਾ, ਜਾਂ ਜਿਵੇਂ ਆਪਣੇ ਇਹ ਲੋਹਾਰ ਵੀਰਾਂ ਦੇ ਕੋਲ ਵੀ ਹੁੰਦੀ ਆ, ਫਿਰ ਉਹ ਥੱਲੇ ਐਨ ਟਿਕੀ ਰਹਿੰਦੀ ਆ, ਉਹਦੇ ਉੱਤੇ ਰੱਖਿਆ ਜਾਂਦਾ। ਜਿਹੜੀ ਚੀਜ਼ ਦੀ ਘਾੜਤ ਘੜੀ ਜਾਣੀ ਫਿਰ ਥੋੜੇ ਦੀਆਂ ਸੱਟਾਂ ਪੈਂਦੀਆਂ। ਭਾਈ ਇਸੇ ਤਰ੍ਹਾਂ ਤੇਰੇ ਮਨ ਦਾ ਗਹਿਣਾ ਬਣਨਾ, ਮਨ ਦੀ ਘਾੜਤ ਘੜੀ ਜਾਣੀ ਆ। ਆਪਣੀ ਮੱਤ ਨੂੰ ਹਿਲਾਈ ਨਾ, ਮੱਤ ਨੂੰ ਪਾਸੇ ਨਾ ਕਰੀ, ਮੱਤ ਨੂੰ ਗੁਰੂ ਦੀ ਵਿਚਾਰ ਤੋਂ ਦੂਰ ਨਾ ਕਰੀ। ਇਹ ਨਾ ਸਮਝ ਲਈ ਕਿ ਖਨੀ ਗੁਰੂ ਜੀ ਸਹੀ ਕਹਿ ਰਹੇ ਆ ਜਾਂ ਗੁਰਬਾਣੀ ਸਹੀ ਹੈ ਜਾਂ ਨਹੀਂ ਹੈ। ਮਨ 'ਚ ਕੋਈ ਸ਼ੰਕਾ ਪੈਦਾ ਨਾ ਕਰੀ। ਪੂਰੇ ਧਿਆਨ ਦੇ ਨਾਲ ਆਹਰਣ ਜਿਵੇਂ ਟਿਕੀ ਹੁੰਦੀ ਆ ਨਾ, ਇਸੇ ਤਰ੍ਹਾਂ ਤੇਰੀ ਭਾਈ ਮੱਤ ਟਿਕੀ ਹੋਵੇ ਤੇ ਵੇਦ ਹਥਿਆਰ ਤੇ ਫਿਰ ਆਹਰਣ ਟਿਕੀ ਹੋਈ ਮੱਤ ਦੇ ਉੱਪਰ ਤੇਰਾ ਮਨ ਰੂਪੀ ਜਿਹੜਾ ਗਹਿਣਾ ਪਿਆ ਹੋਵੇ। ਫਿਰ ਵੇਦਾਂ ਦਾ ਹਥਿਆਰ ਭਾਵ ਉੱਤੋਂ ਜਿਹੜਾ ਹੈ ਥੌੜਾ ਵੇਦਾਂ ਦਾ ਗਿਆਨ ਦਾ ਥੌੜਾ ਪਵੇ, ਭਾਵ ਕਿ ਅਹਰਣ ਵਰਗੀ ਤੇਰੀ ਮੱਤ ਹੋਵੇ, ਵਿਚਾਲੇ ਮਨ ਪਿਆ ਹੋਵੇ, ਉੱਤੋਂ ਦੀ ਫਿਰ ਗਿਆਨ ਦੇ ਥੌੜੇ ਵੱਜਣ। ਨਾ ਮੱਤ ਹਿੱਲੇ, ਅਹਰਣ ਹਿੱਲੇ, ਨਾ ਮਨ ਹਿੱਲੇ, ਫਿਰ ਇਹਦੀ ਘਾੜਤ ਘੜੀ ਜਾਊ। ਭਾਈ ਭਉ ਖਲਾ ਅਗਨ ਤਪ ਤਾਓ, ਤੇ ਪ੍ਰਮਾਤਮਾ ਦਾ ਭਉ ਸੁਨਿਆਰੇ ਵੀਰ ਕੋਲੇ ਇੱਕ ਉਹ ਤੌਖਣੀ ਹੁੰਦੀ ਹੈ ਜਿਹੜੀ ਹਵਾ ਭਰਦੀ ਹੈ। ਹਵਾ ਕੀ ਹੈ? ਸਾਡੇ ਅੰਦਰ ਸਵਾਸਾਂ ਦੀ ਹਵਾ। ਹਰ ਸਵਾਸ ਉਹਦੇ ਭੈ ਦੇ ਵਿੱਚ ਹੋਵੇ, ਉਹ ਤੋਂ ਆਕੀ ਨਾ ਹੋਇਆ ਜਾਵੇ, ਹੰਕਾਰੀ ਨਾ ਹੋਇਆ ਜਾਵੇ। ਨਹੀਂ, ਭੈ ਦੀ ਤੌਖਰੀ ਬਣਾ। ਜਿਹੜੀ ਹਵਾ ਚੱਲ ਰਹੀ ਹੈ ਇਹ ਸਰੀਰ ਦੇ ਵਿੱਚ, ਉਹਦੇ ਭੈ ਵਿੱਚ ਚੱਲ ਰਹੀ ਹੈ। ਉਹ ਪ੍ਰਮਾਤਮਾ ਵਾਹਿਗੁਰੂ ਦੇ ਦਿੱਤੇ ਸਵਾਸ ਲੈ ਰਹੇ ਹਾਂ। ਅਸੀਂ ਆਪਣੀ ਮਰਜ਼ੀ ਨਾਲ ਸਵਾਸ ਨਹੀਂ ਲੈ ਰਹੇ, ਨਹੀਂ ਤਾਂ ਅਸੀਂ ਸਵਾਸ ਲੈਣੋਂ ਹਟੀਏ ਹੀ ਨਾ। ਉਹ ਪ੍ਰਮਾਤਮਾ ਵਾਹਿਗੁਰੂ ਸਾਨੂੰ ਜਿੰਨੀ ਆਕਸੀਜਨ ਦੀ ਲੋੜ ਆ ਉਹ ਅੰਦਰ ਭੇਜ ਰਿਹਾ। ਹਮ ਆਦਮੀ ਹਾਂ ਇੱਕਦਮੀ। ਜਿਵੇਂ ਮੰਨ ਲਓ ਜਿਹੜਾ ਸਵਾਸ ਅੰਦਰ ਆਕਸੀਜਨ ਚਲੀ ਗਈ, ਅਸੀਂ ਜਿਉਂਦੇ ਆ, ਆਕਸੀਜਨ ਕਾਰਬਨ ਡਾਈਆਕਸਾਈਡ ਦੇ ਵਿੱਚ ਬਦਲ ਗਈ, ਹੁਣ ਅਸੀਂ ਖਤਮ ਆ, ਮੌਤ ਹੋ ਗਈ। ਹੁਣ ਨਵਾਂ ਸਵਾਸ ਆਵੇਗਾ, ਨਵੀਂ ਆਕਸੀਜਨ ਆਵੇਗੀ, ਤਾਂ ਅਸੀਂ ਜਿਉਂਦੇ ਰਹਾਂਗੇ। ਦੇਖੋ ਕਾਲਪੁਰਖ ਵਾਹਿਗੁਰੂ ਜਿੰਨੀ ਸਾਨੂੰ ਚਾਹੀਦੀ ਹੈ, ਜਿੰਨੀ ਮਾਤਰਾ ਦੇ ਵਿੱਚ ਸਵਾਸ ਚਾਹੀਦੇ ਆ ਉਹ ਦੇ ਰਿਹਾ। ਉਹ ਪ੍ਰਮਾਤਮਾ ਦੇ ਭੈ ਦੇ ਵਿੱਚ ਤੇਰੇ ਸਵਾਸ ਚੱਲਣੇ ਚਾਹੀਦੇ ਆ। ਇਹਨੂੰ ਭਾਈਓ ਤੌਖਲੀ ਬਣਾ, ਹਵਾ ਭਰਨ ਵਾਲੀ। ਅਗਨ ਤਪ ਤਾਓ, ਇਹਦੇ ਨਾਲ ਫਿਰ ਅਗਨੀ ਦਾ ਤਾਪ ਉਧਰਲੇ ਪਾਸੇ ਜਦੋਂ ਸੁਨਿਆਰਾ ਵੀਰ ਥੱਲੇ ਤਾ ਦਿੰਦਾ ਤਾਂ ਸੋਨਾ ਭੁੜਕਦਾ ਤੇ ਉਹ ਵਧੀਆ ਬਣਦਾ, ਤੇ ਇਧਰਲੇ ਪਾਸੇ ਜਦੋਂ ਗੁਰੂ ਦੇ ਗਿਆਨ ਦਾ ਤਾਓ ਆਉਂਦਾ ਤਾਂ ਇਧਰ ਮਨ ਵਧੀਆ ਬਣਦਾ। ਇਹਦਾ ਜਿਹੜਾ ਤਪ ਤਾਓ, ਗਿਆਨ ਦਾ ਤਾਓ ਅੰਦਰ ਥੱਲੇ ਜਿਹੜਾ ਬਾਲ ਭਾਈ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਜੇ ਹੁਣ ਕੋਈ ਵੀ ਮਨ ਕਿਸੇ ਦਾ ਵੀ ਹੋਵੇ, ਬੀਬੀ ਭੈਣ, ਹਿੰਦੂ ਮੁਸਲਮਾਨ ਵੀਰ, ਬੋਧੀ, ਜੈਨੀ, ਕੋਈ ਵੀ ਸੁਣਨ ਵਾਲਾ ਹੋਵੇ, ਭਾਵ ਕਿ ਗੁਰੂ ਬਾਬਾ ਜੀ ਦੀ ਬਾਣੀ ਤਾਂ ਸਭ ਨੂੰ ਭਲਾ, ਸਭ ਦਾ ਭਲਾ ਕਰ ਦੇਣ ਵਾਲੀ ਆ। ਕੋਈ ਵੀ ਸੁਣੇ, ਕੋਈ ਵੀ ਇਸ ਤਰ੍ਹਾਂ ਕਰੇ, ਆਪਣੀ ਮੱਤ ਨੂੰ ਟਿਕਾ ਕੇ ਰੱਖੇ, ਭਾਵ ਕਿ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਗਿਆਨ ਨੂੰ ਸ਼ਰਧਾ ਭਾਵਨਾ, ਇੱਜ਼ਤ ਮਾਣ ਸਤਿਕਾਰ ਦੇ ਨਾਲ ਸਰਵਣ ਕਰੇ ਤੇ ਅੰਦਰ ਪ੍ਰੇਮ ਪੈਦਾ ਹੋਵੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਇਸ ਤਰ੍ਹਾਂ ਇਹ ਮਨ ਰੂਪੀ ਭਾਂਡੇ ਦੇ ਵਿੱਚ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਆ। ਗਿਆਨ ਰੂਪੀ ਅੰਮ੍ਰਿਤ ਜਲ, ਅੰਮ੍ਰਿਤ ਦਾ ਅਰਥ ਹੈ ਜਿਹੜਾ ਮਿਰਤੂ ਤੋਂ ਰਹਿਤ ਕਰ ਦਿੰਦਾ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਉਦਾਹਰਨਾਂ ਲੈ ਲਈਏ, ਇੱਕ ਛੋਟੀ ਜੀ ਹਾਈਡਰੋਜਨ ਤੇ ਆਕਸੀਜਨ ਦੇ ਜਦੋਂ ਮਿਲਾਪ ਹੁੰਦਾ ਨਾ, ਤੀਜੀ ਕਿਰਿਆ ਹੁੰਦੀ ਆ, ਪਾਣੀ ਬਣ ਜਾਂਦਾ। ਹਵਾ ਨਹੀਂ, ਦੋਨੇ ਗੈਸਸ ਨਹੀਂ ਦਿਸਦੀਆਂ, ਪਰ ਤੀਜੀ ਜਿਹੜੀ ਆ ਪਾਣੀ ਦਾ ਤੁਪਕਾ ਉਹ ਦਿਸਦਾ। ਇਸੇ ਤਰ੍ਹਾਂ ਜਦੋਂ ਆਕਸੀਜਨ ਤੇ ਹਾਈਡਰੋਜਨ ਮਿਲ ਕੇ ਪਾਣੀ ਦਾ ਤੁਪਕਾ ਦਿਸਣ ਲੱਗ ਗਿਆ, ਭਾਵ ਕਿ ਪਾਣੀ ਦਾ ਤੁਪਕਾ ਬਣ ਗਿਆ। ਇਸੇ ਤਰ੍ਹਾਂ ਸ਼ਬਦ ਤੇ ਸੁਰਤ ਦਾ ਜਦੋਂ ਮੇਲ ਹੁੰਦਾ, ਜਦੋਂ ਇਹ ਗਿਆਨ ਨੂੰ ਸਾਡੀ ਸੁਰਤ ਪਕੜਦੀ ਆ ਤਾਂ ਅੰਦਰ ਅੰਮ੍ਰਿਤ ਜਲ ਬਣਦਾ, ਅੰਦਰ ਆ ਜਿਹੜਾ ਟਿਕਾਓ ਪ੍ਰਾਪਤ ਹੁੰਦਾ। ਇਹ ਅਸੀਂ ਸਾਰਿਆਂ ਨੇ ਭਾਈ ਪੀਣਾ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ।
ਘੜੀਐ ਸ਼ਬਦ ਸੱਚੀ ਟਕਸਾਲ। ਇਹ ਭਾਈ ਸੱਚ ਦੀ ਟਕਸਾਲ ਆ। ਟਕਸਾਲ ਦਾ ਅਰਥ ਆ ਜਿੱਥੇ ਆਪਣੇ ਸਿੱਕੇ ਘੜੇ ਜਾਂਦੇ ਆ, ਇੱਥੇ ਮਨ ਰੂਪੀ ਸਿੱਕੇ ਘੜੇ ਜਾਂਦੇ ਆ। ਜਿਵੇਂ ਕਿਸੇ ਸਿੱਕੇ ਬਣਾਉਣ ਦੀ ਟਕਸਾਲ ਹੁੰਦੀ ਆ, ਮਾਇਆ ਦੇ ਸਿੱਕੇ ਬਣਦੇ ਆ, ਕਿਤੇ ਕਿਸੇ ਏਜੰਸੀ ਦੇ ਵਿੱਚ ਇੰਜਣ ਬਣਦੇ ਆ, ਕਿਤੇ ਮੋਟਰਸਾਈਕਲ ਬਣਦੇ ਆ, ਕਿਤੇ ਘੜੀਆਂ ਬਣਦੀਆਂ। ਤੇ ਆ ਸਤਸੰਗ ਰੂਪੀ ਟਕਸਾਲ ਦੇ ਵਿੱਚ ਗੁਰਮੁਖ ਬਣਦੇ ਆ, ਸਿੱਖ ਬਣਦੇ ਆ, ਚੰਗੇ ਇਨਸਾਨ ਬਣਦੇ ਆ। ਇੱਥੇ ਘਾੜਤ ਘੜੀ ਜਾਂਦੀ ਹੈ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਆ। ਘੜੀਐ ਸ਼ਬਦ ਸੱਚੀ ਟਕਸਾਲ। ਇਹ ਸੱਚੀ ਟਕਸਾਲ ਆ, ਮਨਾਂ ਨੂੰ ਘੜ ਦੇਣ ਵਾਲੀ। ਤੇ ਸ਼ਬਦ ਦੇ ਨਾਲ ਇਹ ਜਿਹੜੀ ਆ ਘਾੜਤ ਮਨੁੱਖ ਦੀ ਘੜੀ ਜਾਂਦੀ ਆ, ਭਾਵ ਕਿ ਹੌਲੀ ਹੌਲੀ ਗਿਆਨਵਾਨ ਮਨੁੱਖ ਬਣਦਾ ਜਾਂਦਾ ਹੈ ਜੀ। ਜਿਨ ਕੋ ਨਦਰ ਕਰਮ ਤਿਨ ਕਾਰ। ਇਹ ਭਾਈ ਹਰ ਇੱਕ ਦੇ ਵੱਸ ਦਾ ਰੋਗ ਨਹੀਂ। ਦੇਖੋ ਹੁਣ ਸਾਰਾ ਸਾਨੂੰ ਜਿਹੜਾ ਪ੍ਰੋਸੀਜਰ ਆ ਸਮਝਾ ਦਿੱਤਾ। ਇਹ ਹੈ ਜਿਹੜਾ ਐਂ ਕਰਨਾ, ਪੰਜਾਂ ਖੰਡਾਂ ਵਿੱਚ ਦੀ ਸੁਰਤ ਨਿਗਾਉਣੀ ਆ। ਇਹ ਇਕੱਲਾ ਮੱਥਾ ਟੇਕ ਕੇ ਮੁੜਨ ਵਾਲਾ ਕੰਮ ਨਹੀਂ ਹੈ, ਇਹ ਸਮਝਣ ਵਾਲਾ ਕੰਮ ਆ, ਆਪਣੇ ਆਪ 'ਤੇ ਲਾਗੂ ਕਰਨ ਵਾਲਾ ਕੰਮ ਆ। ਇਹ ਉਹੀ ਲੋਕ ਕਰ ਸਕਦੇ ਆ ਜਿਨ੍ਹਾਂ 'ਤੇ ਉਹ ਪ੍ਰਮਾਤਮਾ ਵਾਹਿਗੁਰੂ ਦੀ ਨਜ਼ਰ ਹੋਵੇ, ਕਿਰਪਾ ਹੋਵੇ। ਜਿਨ ਕੋ ਨਦਰ ਕਰਮ ਤਿੰਨ ਕਾਰ। ਉਹ ਇਹ ਕਾਰ ਕਰਦੇ ਆ। ਅਸੀਂ ਹੁਣ ਦੇਖੋ ਇਹ ਨਹੀਂ ਉਡੀਕਣਾ ਕਿ ਉਹਦੀ ਕਿਰਪਾ ਹੋਵੇਗੀ ਤਾਂ ਇਹ ਕਾਰ ਕਰਾਂਗੇ, ਤਾਂ ਆਪਣੇ ਆਪ ਨੂੰ ਸਵਾਰਾਂਗੇ। ਨਹੀਂ ਭਾਈ ਗੁਰਮੁਖ ਪਿਆਰਿਓ, ਉਹਦੀ ਕਿਰਪਾ ਹੋਈ ਹੋਈ ਹੈ, ਬਸ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦੇਣਾ। ਉਹਦੀ ਕਿਰਪਾ ਤਾਂ ਵਰਸ ਰਹੀ ਹੈ, ਅਸੀਂ ਆਪਣਾ ਮੁੱਦਾ ਭਾਂਡਾ ਸਿੱਧਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿਨ ਕੋ ਨਦਰ ਕਰਮ ਤਿਨ ਕਾਰ। ਜਿਹੜੇ ਇਸ ਤਰ੍ਹਾਂ ਮਿਹਨਤ ਕਰਕੇ ਆਪਣੇ ਮਨ ਦੀ ਘਾੜਤ ਨੂੰ ਘੜ ਲੈਂਦੇ ਆ, ਉਹਨਾਂ 'ਤੇ ਫਿਰ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ। ਉਹ ਪੰਜ ਪ੍ਰਧਾਨ ਬਣ ਜਾਂਦੇ ਆ। ਉਹਨਾਂ ਦੀ ਕਾਰ ਇਹ ਜਿਹੜੀ ਆ ਸੱਚੀ ਹੋ ਜਾਂਦੀ ਹੈ, ਉਹਨਾਂ ਦੇ ਕੰਮ ਚੰਗੇ ਹੋ ਜਾਂਦੇ ਆ ਭਾਈ। ਨਾਨਕ ਨਦਰੀ ਨਦਰ ਨਿਹਾਲ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਭਾਈ ਆਪਣੀ ਘਾਟ ਘੜਦਿਆਂ ਮਨੁੱਖ ਉਹਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ। ਤੇ ਨਜ਼ਰ ਨਿਹਾਲ, ਉਹਦੀ ਨਜ਼ਰ ਦੇ ਵਿੱਚ ਜਦੋਂ ਆ ਜਾਂਦਾ, ਉਹਦੇ ਫੋਕਸ ਦੇ ਵਿੱਚ ਆ ਜਾਂਦਾ। ਜਦੋਂ ਜਿਵੇਂ ਹੁਣ ਆ ਲਾਈਟਾਂ ਚੱਲ ਰਹੀਆਂ, ਹੁਣ ਲਾਈਟਾਂ ਦੇ ਫੋਕਸ ਦੇ ਵਿੱਚ ਮੈਂ ਬੈਠਾ। ਹੁਣ ਜੇ ਮੈਂ ਇੱਧਰ ਉੱਧਰ ਹੋ ਜੂੰ, ਲਾਈਟਾਂ ਦਾ ਕੋਈ ਕਸੂਰ ਨਹੀਂ, ਮੈਂ ਠੀਕ ਹੋ ਕੇ ਬੈਠਣਾ, ਫਿਰ ਮੇਰੀ ਫੋਟੋ ਵਧੀਆ ਆਊਗੀ। ਮੈਂ ਇੱਧਰ ਉੱਧਰ ਹੋਣਾ, ਉਹ ਪ੍ਰਮਾਤਮਾ ਵਾਹਿਗੁਰੂ ਦੀ ਨਜ਼ਰ ਹੋ ਰਹੀ ਹੈ, ਮੈਂ ਸਿੱਧਾ ਹੋ ਕੇ ਉਹਦੀ ਬਖਸ਼ਿਸ਼ ਦਾ ਪਾਤਰ ਬਣਨਾ। ਜਿਹੜੇ ਗੁਰਮੁਖ ਪਿਆਰੇ ਇਸ ਤਰ੍ਹਾਂ ਮਿਹਨਤ ਕਰਦੇ ਆ ਭਾਈ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਆ, ਉਹ ਨਿਹਾਲ ਹੋ ਜਾਂਦੇ ਆ, ਉਹ ਚੰਗਾ ਜੀਵਨ ਪ੍ਰਾਪਤ ਕਰ ਲੈਂਦੇ ਆ, ਉਹ ਗੁਰਮੁਖ ਬਣ ਜਾਂਦੇ ਆ, ਉਹ ਸਿੱਖ ਬਣ ਜਾਂਦੇ ਹਨ ਜੀ। ਸ਼ਲੋਕ ਇੱਥੇ 38 ਪੌੜੀਆਂ ਤੱਕ ਨਿਹਾਲ ਕਰ ਦਿੱਤਾ ਕਿ ਅਸੀਂ ਵੀ, ਕਿਸੇ ਨੇ ਵੀ ਤੁਰਨਾ ਇਸ ਰਸਤੇ 'ਤੇ, ਆਤਮਿਕ ਰਸਤੇ 'ਤੇ, ਤਾਂ ਅਸੀਂ ਨਿਹਾਲ ਹੋ ਸਕਦੇ ਹਾਂ। ਹੁਣ ਇੱਕ ਸ਼ਲੋਕ ਪਹਿਲਾਂ ਸੀ ਆਦਿ ਸੱਚ ਜੁਗਾਦ ਸੱਚ ਵਾਲਾ, ਹੁਣ 38 ਪੌੜੀਆਂ ਤੋਂ ਬਾਅਦ ਇੱਕ ਸ਼ਲੋਕ ਆ ਅਖੀਰਲਾ ਫੇਰ ਆ ਗਿਆ। ਅਖੀਰ ਦੇ ਵਿੱਚ ਜੋ ਹੈ ਉਹ ਸਮਝਾ ਰਹੇ ਹਨ ਗੁਰੂ ਪਾਤਸ਼ਾਹ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦੇਖ ਭਾਈ, ਜਦੋਂ ਸਵਾਰਿਆ ਗਿਆ, ਜਦੋਂ ਮਨ ਸਬਰ ਗਿਆ, ਜਦੋਂ ਉਹਦੀ ਕਚਹਿਰੀ ਦੇ ਵਿੱਚ ਮਨੁੱਖ ਹਾਜ਼ਰ ਹੋ ਗਿਆ, ਪ੍ਰਵਾਨ ਹੋ ਗਿਆ, ਫਿਰ ਉਹਦੀਆਂ ਸੁਰਤੀਆਂ ਬਿਰਤੀਆਂ ਖੁੱਲ੍ਹ ਜਾਣੀਆਂ ਕਿ ਇਹ ਪਵਨ ਬੜੀ ਮਹਿੰਗੀ ਹੈ, ਇਹਨੂੰ ਖਰਾਬ ਕਰਨਾ ਸਾਡਾ ਕੰਮ ਨਹੀਂ। ਇਹ ਵੀ ਇੱਕ ਪਾਪ ਆ, ਪਵਨ ਨੂੰ ਖਰਾਬ ਕਰਨਾ, ਹਵਾ ਨੂੰ ਖਰਾਬ ਕਰਨਾ, ਆਪਣੀਆਂ ਨਸਲਾਂ ਨੂੰ ਖਰਾਬ ਕਰਨ ਵਾਲੀ ਗੱਲ ਆ। ਫਿਰ ਇੱਥੇ ਪਹੁੰਚ ਕੇ ਜਦੋਂ ਸੁਰਤੀਆਂ ਬਿਰਤੀਆਂ ਉੱਚੀਆਂ ਹੋ ਜਾਂਦੀਆਂ, ਫਿਰ ਪਤਾ ਲੱਗਦਾ ਕਿ ਪੌਣਾ ਚੱਲ ਰਹੀਆਂ, ਕਿੱਡੀ ਕੀਮਤ ਆ, ਕਿਵੇਂ ਉਹ ਪ੍ਰਮਾਤਮਾ ਸਾਨੂੰ ਸਵਾਸ ਦੇ ਰਿਹਾ ਗੁਰੂ। ਫਿਰ ਇੱਥੇ ਗਿਆਨ ਵੀ ਮਿਲਿਆ ਹੋਇਆ, ਪਵਨ ਵੀ ਚੱਲ ਰਹੀ ਆ, ਪਵਨ ਨੇ ਤੈਨੂੰ ਜਿਉਂਦਾ ਰੱਖਿਆ ਹੋਇਆ, ਤੇ ਗੁਰੂ ਗਿਆਨ ਵੀ ਇੱਥੇ ਹਾਜ਼ਰ ਨਾਜ਼ਰ ਆ, ਪਾਣੀ ਵੀ ਤੇਰੇ
ਮੇਰੇ ਪੀਣ ਵਾਸਤੇ ਆ। ਇਹ ਪਵਨ ਗੁਰੂ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਹਵਾ ਸਾਡੀ ਗੁਰੂ ਆ, ਜਾਂ ਐਂ ਕਹਿ ਲਈਏ ਹੋਰ ਅੱਗੇ ਚਲੇ ਜਾਈਏ ਵੀ ਜਿਵੇਂ ਸਵਾਸ ਲੈਣ ਵਾਸਤੇ, ਜਿੰਦਾ ਰਹਿਣ ਵਾਸਤੇ ਪਵਨ ਜ਼ਰੂਰੀ ਆ, ਸਵਾਸ ਜ਼ਰੂਰੀ ਹੈ, ਇਸੇ ਤਰ੍ਹਾਂ ਆਤਮਿਕ ਜੀਵਨ ਵਾਸਤੇ ਗੁਰੂ ਜ਼ਰੂਰੀ ਹੈ। ਜਿਵੇਂ ਪਵਨ ਜ਼ਰੂਰੀ ਹੈ ਸਰੀਰ ਦੇ ਵਾਸਤੇ, ਸਵਾਸ ਜ਼ਰੂਰੀ ਹੈ ਬਾਹਰਲੇ ਸਰੀਰ ਨੂੰ ਜਿੰਦਾ ਰੱਖਣ ਵਾਸਤੇ, ਇਸੇ ਤਰ੍ਹਾਂ ਗੁਰੂ ਦਾ ਗਿਆਨ ਜ਼ਰੂਰੀ ਹੈ ਆਤਮਿਕ ਜੀਵਨ ਦੇ ਵਾਸਤੇ। ਪਵਨ ਗੁਰੂ ਪਾਣੀ ਪਿਤਾ, ਪਵਨ ਸਾਡੀ ਗੁਰੂ ਆ, ਸੋ ਗੁਰੂ ਨੂੰ ਅਸੀਂ ਖਰਾਬ ਨਹੀਂ ਕਰਨਾ, ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ। ਤੇ ਪਾਣੀ ਵੀ ਸਾਡੇ ਪਿਤਾ ਦੇ ਸਮਾਨ ਆ, ਪਾਣੀ ਵੀ ਨਹੀਂ ਖਰਾਬ ਕਰਨਾ ਭਾਈ, ਪਾਣੀ ਦਾ ਵੀ ਖਿਆਲ ਰੱਖਣਾ। ਤੇ ਮਾਤਾ ਧਰਤ ਮਹੱਤ, ਇਹ ਜਿਹੜੀ ਮਾਤਾ ਸਾਡੀ ਧਰਤੀ, ਵੱਡੀ ਧਰਤੀ ਸਾਡੇ ਸਾਰੇ ਜੀਵਾਂ ਦੀ, ਇਹ ਮਾਂ, ਇਹਦੇ ਤੇ ਅਸੀਂ ਪੜ ਰਹੇ ਹਾਂ ਸਾਰੇ ਜੀਵ। ਦੇਖੋ ਇੱਕ ਆਪਣਾ ਪਰਿਵਾਰ, ਫਿਰ ਆਪਦੇ ਨਗਰ ਦਾ, ਫਿਰ ਦੇਸ਼ ਦਾ, ਫਿਰ ਸਾਰੀ ਮਾਨਵਤਾ ਦਾ, ਖੰਡਾ ਬ੍ਰਹਿਮੰਡਾਂ ਦਾ, ਕਿੱਥੇ ਤੱਕ ਦਾ ਪਰਿਵਾਰ ਆ, ਸਾਰੀ ਧਰਤੀ ਹੋਈ ਸਾਡੀ ਮਾਤਾ। ਕਿੱਦਾਂ ਜਿਹੜਾ ਹੈ ਸਾਨੂੰ ਸੀਨ ਦਿਖਾਇਆ ਜਾ ਰਿਹਾ ਉੱਚਾ ਕਿ ਦੇਖ ਭਾਈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਪਵਨ ਗੁਰੂ ਦੇ ਰੂਪ ਦੇ ਵਿੱਚ ਵਗ ਰਹੀ ਆ, ਪਾਣੀ ਪਿਤਾ ਦੇ ਰੂਪ ਦੇ ਵਿੱਚ ਵਗ ਰਿਹਾ, ਧਰਤੀ ਮਾਤਾ ਬਣੀ ਹੋਈ ਆ, ਤੇ ਫਿਰ ਇੱਥੇ ਦਿਨ ਰਾਤ ਬਣ ਰਹੇ ਆ। ਉਹ ਪ੍ਰਮਾਤਮਾ ਦੀ ਕਿਰਪਾ ਨਾਲ ਦਿਵਸ ਰਾਤ ਦੋਏ ਦਾਈ ਦਾਇਆ। ਦਾਈ ਤੇ ਦਾਇਆ ਹੁੰਦਾ, ਦਾਈ ਦਾ ਅਰਥ ਆ ਖਿਡਾਵੀ ਤੇ ਖਿਡਾਵਾ। ਆਮ ਤੌਰ 'ਤੇ ਕੀ ਹੁੰਦਾ, ਜਿਹੜਾ ਖਿਡਾਵਾ ਹੁੰਦਾ ਦਿਨ ਵੇਲੇ ਉਹਦੀ ਡਿਊਟੀ ਹੁੰਦੀ ਆ, ਜਿਹੜੇ ਤਕੜੇ ਘਰਾਂ ਦੇ ਬੱਚੇ ਖਿਡਾਉਂਦੇ ਆ, ਤੇ ਰਾਤ ਨੂੰ ਦਾਈ ਦੀ ਡਿਊਟੀ ਹੁੰਦੀ ਆ, ਉਹ ਸਮਾਉਂਦੀ ਆ ਬੱਚੇ ਨੂੰ। ਇਸੇ ਤਰ੍ਹਾਂ ਰਾਤ ਨੂੰ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ, ਇਸ ਤਰ੍ਹਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਰਾਤ ਦਾਈ ਬਣ ਕੇ ਸਾਰੇ ਜੀਵਾਂ ਨੂੰ ਸਵਾਉਂਦੀ ਆ, ਤੇ ਦਿਨ ਦਾਇਆ ਬਣ ਕੇ ਸਾਰੇ ਜੀਵਾਂ ਨੂੰ ਖਿਡਾ ਰਿਹਾ ਹੈ। ਦੇਖੋ ਕਿੰਨਾ ਆਨੰਦ ਆ ਰਿਹਾ ਇਸ ਤਰ੍ਹਾਂ ਸੋਚ ਕੇ ਵੀ ਕੀ ਹੋ ਰਿਹਾ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਤੇ ਸਾਰਾ ਜਗਤ, ਸਾਰਾ ਸੰਸਾਰ ਉਹ ਪ੍ਰਮਾਤਮਾ ਦੀ ਬੁੱਕਲ ਦੇ ਵਿੱਚ ਖੇਡ ਰਿਹਾ। ਤੇ ਫਿਰ ਮੈਂ ਵੀ ਅਨੁਭਵ ਕਰਾਂ ਕਿ ਮੈਂ ਵੀ ਉਹ ਪ੍ਰਮਾਤਮਾ ਦੀ ਬੁੱਕਲ ਵਿੱਚ ਬੈਠਾ ਹਾਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਲੈ ਭਾਈ ਖੀਰ ਦੇ ਵਿੱਚ ਅਸਲ ਗੱਲ ਸਮਝਣ ਵਾਲੀ ਆਹਾ ਬਈ ਜੋ ਬੀਜੇਗਾ ਉਹੀ ਜਿਹੜਾ ਹੈ ਵੱਢਣਾ ਪਊਗਾ। ਚੰਗਿਆਈਆਂ ਬੁਰਿਆਈਆਂ, ਦੋ ਜੀਵ ਕੰਮ ਕਰਦਾ। ਜੇ ਤਾਂ ਚੰਗੇ ਰਸਤੇ ਤੇ, ਦੋ ਹੀ ਰਸਤੇ ਅੰਦਰੋਂ ਮਨ ਦੇ ਤੁਰਨ ਦੇ, ਦੋ ਹੀ ਗੁਰਬਾਣੀ ਦੇ ਵਿੱਚ ਸਮਝਾਇਆ, ਮਨਮੁਖ ਤੇ ਗੁਰਮੁਖ। ਹੁਣ ਦੋ ਰਸਤੇ ਆ। ਜੇ ਤਾਂ ਐ ਮੇਰੇ ਮਨਾਂ ਤੂੰ ਚੰਗੇ ਰਸਤੇ ਤੇ ਚੱਲ ਪਏਗਾ, ਚੰਗਿਆਈਆਂ ਵਾਲੇ ਰਸਤੇ ਤੇ ਚੱਲ ਪਏਗਾ, ਤਾਂ ਪਰਮਾਤਮਾ ਦੇ ਨੇੜੇ ਹੋ ਜਾਏਗਾ। ਜੇ ਬੁਰਾਈਆਂ ਵਾਲੇ ਰਸਤੇ ਤੇ ਚੱਲ ਪਏਗਾ ਤੇ ਪਰਮਾਤਮਾ ਤੋਂ ਦੂਰੀ ਪੈ ਜੂ, ਤੇ ਤੇਰਾ ਜੀਵਨ ਆ ਜਿਹੜਾ ਭਟਕਣਾ ਵਾਲਾ ਬੁਰਾ ਮਨਮੁਖ ਬਣ ਜਾਵੇਗਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਹੁਣ ਆਹ ਗੱਲ ਸਮਝਣ ਵਾਲੀ ਆ, ਨਿਚੋੜ ਆ ਅਖੀਰ ਦੇ ਵਿੱਚ ਕਿ ਚੰਗੇ ਤੇ ਮਾੜੇ ਜੋ ਤੂੰ ਕਰਮ ਕਰ ਰਿਹਾ, ਈਵਨ ਕਿ ਹਲੇ ਕੀਤੇ ਨਹੀਂ ਸੋਚ ਰਿਹਾ, ਜੋ ਤੇਰੀਆਂ ਸੋਚਾਂ ਅੰਦਰ ਵਾਚੈ, ਉਹ ਵਾਚਿਆ ਜਾ ਰਿਹਾ, ਉਹ ਦੇਖਿਆ ਜਾ ਰਿਹਾ, ਉਹਦੇ ਤੇ ਕੈਮਰਾ ਫਿੱਟ ਆ ਪਰਮਾਤਮਾ ਦਾ, ਵਾਹਿਗੁਰੂ ਦਾ। ਜੋ ਤੂੰ ਚੰਗੇ ਮਾੜੇ ਕੰਮ ਕਰ ਰਿਹਾ ਨਾ, ਇਹ ਤੇਰਾ ਅੰਦਰ ਹੀ ਹਿਸਾਬ ਹੋ ਰਿਹਾ। ਕਿੱਥੇ ਹੋ ਰਿਹਾ? ਧਰਮ ਦੀ ਤੱਕੜੀ ਦੇ ਨਾਲ, ਭਾਵ ਕਿ ਉੱਥੇ ਕੋਈ ਸਿਫਾਰਿਸ਼ ਨਹੀਂ ਚੱਲ ਸਕਦੀ, ਕੋਈ ਤੇਰੇ ਵੱਡੇ ਛੋਟੇ ਹੋਣ ਦਾ, ਕੋਈ ਬੀਬੀ ਬੰਦਾ, ਰਾਜਾ ਕੰਗਾਲ, ਕੋਈ ਗਰੀਬ ਅਮੀਰ, ਜਾਤ ਪਾਤ, ਕੁਛ ਵੀ ਅੰਦਰ ਨਹੀਂ ਚੱਲਣਾ। ਇਹ ਅੰਦਰ ਧਰਮ ਦੀ ਤੱਕੜੀ ਲੱਗੀ ਆ, ਤੇਰੇ ਚੰਗੇ ਮਾੜੇ ਕਰਮਾਂ ਨੂੰ ਵਾਚਿਆ ਜਾ ਰਿਹਾ। ਇਹਨੂੰ ਹੀ ਆਪਾਂ ਧਰਮ ਰਾਜਾ ਸਮਝ ਲਈਏ, ਧਰਮ ਦੀ ਤੱਕੜੀ, ਭਾਵ ਕਿ ਜੋ ਜੀਵ ਕੰਮ ਕਰਦਾ, ਜਿਹੋ ਜਿਹਾ ਸੋਚਦਾ, ਉਹੋ ਜਿਹਾ ਉਹਦਾ ਅੰਦਰੋਂ ਕਰਮ ਬਣ ਜਾਂਦਾ। ਜਾਂ ਐਂ ਆਪਾਂ ਸਮਝ ਲਈਏ ਵੀ ਦੋ ਖਾਨੇ ਲੱਗੇ ਹੋਏ ਆ, ਇੱਕ ਲਾਲ ਖਾਨਾ,
ਤੇ ਇੱਕ ਹਰਾ ਖਾਨਾ। ਹੁਣ ਮਨੁੱਖ ਜੋ ਕਰਮ ਕਰਦਾ ਚਾਹੇ ਲਾਲ ਖਾਨੇ 'ਚ ਵਧਾ ਲਵੇ ਤੇ ਚਾਹੇ ਹਰੇ ਖਾਨੇ 'ਚ ਵਧਾ ਲਵੇ, ਜੋ ਜੋ ਕਰਮ ਕਰਦਾ ਉਹਦੀ ਬੱਟੀ, ਉਹਦਾ ਨਿਸ਼ਾਨ, ਉਹਦਾ ਪੱਥਰ ਇੱਕ ਇੱਕ ਡਿੱਗੀ ਜਾਂਦਾ। ਭਾਵ ਕਿ ਕਰਮ ਚੰਗੇ ਬਣੀ ਜਾਂਦੇ ਆ ਜਾਂ ਕਰਮ ਮਾੜੇ ਬਣੀ ਜਾਂਦੇ ਆ, ਉਹਦੇ ਹਿਸਾਬ ਨਾਲ ਅੰਦਰ ਹੀ ਨਾਲ ਦੀ ਨਾਲ ਹਿਸਾਬ ਹੋ ਰਿਹਾ। ਭਾਵ ਅਸੀਂ ਜੇ ਸਵਰਨਾ ਚਾਹੁੰਦੇ ਆ, ਜੇ ਅਸੀਂ ਚੰਗੇ ਹੋਣਾ ਚਾਹੁੰਦੇ ਆ ਤਾਂ ਪਿਛਲਾ ਅੱਜ ਤੋਂ ਹੀ ਛੱਡ ਕੇ, ਅੱਜ ਤੋਂ ਹੀ, ਹੁਣ ਤੋਂ ਹੀ ਚੰਗਾ ਕੰਮ ਕਰਨੇ ਸ਼ੁਰੂ ਕਰ ਦਈਏ, ਅੱਗੇ ਰਿਜ਼ਲਟ ਚੰਗੇ ਆਉਣੇ ਸ਼ੁਰੂ ਹੋ ਜਾਣਗੇ। ਜੋ ਹੁਣ ਸਮਾਂ ਅਸੀਂ ਬਤੀਤ ਕਰ ਰਹੇ ਹਾਂ ਇਹ ਪਿਛਲੇ 10 ਸਾਲਾਂ ਦਾ ਕਮਾਇਆ ਹੋਇਆ। ਜੇ ਹੁਣ ਅਸੀਂ ਚੰਗਾ ਹੋਣਾ ਸ਼ੁਰੂ ਕਰ ਦੇਵਾਂਗੇ, ਚੰਗੇ ਕੰਮ ਕਰਨੇ ਸ਼ੁਰੂ ਕਰ ਦੇਵਾਂਗੇ, ਨਾਲ ਦੀ ਨਾਲ ਹੀ ਸਾਡਾ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ। ਅਸਲ ਕਹਾਣੀ ਭਾਈ ਇਹ ਆ ਵੀ ਜਿਹੋ ਜਿਹੇ ਮਨੁੱਖ ਕੰਮ ਕਰਦਾ ਉਹ ਕੰਮਾਂ ਨੂੰ ਕੱਟਿਆ ਨਹੀਂ ਜਾ ਸਕਦਾ। ਜਿਵੇਂ ਕਣਕ ਬੀਜ ਕੇ ਜਾਂ ਆਪਣੇ ਆਪਣੇ ਜੌਂ ਬੀਜ ਕੇ ਕਣਕ ਨਹੀਂ ਹਰੀ ਹੋ ਸਕਦੀ, ਜੋ ਜੌਂ ਹੀ ਹੋਣਗੇ ਜੇ ਜੌਂ ਬੀਜੇ। ਇਸੇ ਤਰ੍ਹਾਂ ਜਿਹੋ ਜਿਹੇ ਕਰਮ ਭਾਈ ਤੂੰ ਬੀਜਦਾ ਕਰਦਾ, ਹਰ ਇੱਕ ਮਨੁੱਖ ਨੂੰ ਇਹ ਸਮਝਾਇਆ ਜਾ ਰਿਹਾ। ਕਿੱਡੀ ਵਧੀਆ ਪਤੇ ਦੀ ਗੱਲ ਆ ਭਾਈ। ਆਹ ਗੱਲ ਲੜ ਬੰਨਣ ਵਾਲੀ ਆ ਵੀ ਐਮ ਨਾ ਕਹੀਂ ਵੀ ਕਿਤੇ ਗਾਹਾਂ ਜਾ ਕੇ ਹਿਸਾਬ ਹੋਊਗਾ, ਨਹੀਂ, ਨਾਲ ਦੀ ਨਾਲ ਹੋ ਰਿਹਾ। ਅਗਲਾ ਸੁਭਾਅ ਤੇਰਾ ਉਧਰ ਨੂੰ, ਉਧਰਲੇ ਪਾਸੇ ਨੂੰ ਤੇਰੀ ਘਾੜਤ ਘੜੀ ਜਾਣ ਲੱਗੀ ਆ। ਕਈ ਵਾਰੀ ਬੀਜ ਕਿੱਕਰ ਦਾ ਬੜਾ ਨਰਮ ਹੁੰਦਾ, ਬੀਜਿਆ ਜਾਂਦਾ, ਪਰ ਜਦੋਂ ਵੱਡਾ ਹੋ ਜਾਂਦਾ, ਕੰਡੇ ਨਿਕਲ ਆਉਂਦੇ ਆ, ਫੇਰ ਪਤਾ ਲੱਗਦਾ। ਸੋ ਇਸੇ ਤਰ੍ਹਾਂ ਭਾਈ ਆਪਣਾ ਧਿਆਨ, ਆਹ ਸਭ ਤੋਂ ਵੱਡੀ ਗੱਲ ਆ। ਜਿਹੜਾ ਹੈਗਾ ਆਪਣੇ ਆਪ ਨੂੰ ਸਵਾਰਨਾ, ਆਪਣੇ ਅੰਦਰ ਝਾਤੀ ਮਾਰਨੀ, ਕਿਉਂਕਿ ਅੰਦਰ ਸਾਰਾ ਹਿਸਾਬ ਕਿਤਾਬ ਹੋ ਰਿਹਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਤੇਰੀਆਂ ਚੰਗਿਆਈਆਂ ਤੇ ਬੁਰਾਈਆਂ ਦੀ ਜਾਚਨਾ ਹੋ ਰਹੀ ਹੈ, ਵਾਚਿਆ ਜਾ ਰਿਹਾ। ਆਈ ਨਹੀਂ ਵੀ ਅੱਗੇ ਜਾ ਕੇ ਹੋਵੇਗਾ, ਇਹ ਨਾਲ ਦੀ ਨਾਲ ਹੋ ਰਿਹਾ, ਅੰਦਰ ਹੋ ਰਿਹਾ। ਤੇ ਹਦੂਰ ਮੈਨੇ ਅੰਦਰ, ਤੇ ਧਰਮ, ਧਰਮ ਦੀ ਤੱਕੜੀ ਦੇ ਮੁਤਾਬਕ ਹੋ ਰਿਹਾ। ਧਰਮ ਦੀ ਤੱਕੜੀ ਤੇਰੇ ਅੰਦਰ ਲੱਗੀ ਹੋਈ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਤਰ੍ਹਾਂ ਹੈ ਜੀਵ, ਹੁਣ ਤੂੰ ਅੱਗੇ ਆਪਦਾ ਭਾਈ ਸਮਝਣਾ। ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਦੇ ਮੁਤਾਬਕ ਤੇਰਾ ਸੁਭਾਅ ਬਣਨਾ, ਤੇਰੀਆਂ ਆਦਤਾਂ ਬਣਨੀਆਂ। ਫਿਰ ਆਟੋਮੈਟਿਕ ਹੀ ਬੁਰਾਈਆਂ ਸ਼ੁਰੂ ਹੋ ਜਾਣੀਆਂ। ਜਦੋਂ ਪੂਰਾ ਪੱਕ ਗਿਆ ਸੁਭਾਅ ਤਾਂ ਪੱਕ ਗਈਆਂ, ਪਤਾ ਹੀ ਨਹੀਂ ਲੱਗਣਾ 5-7 ਬੁਰੇ ਕੰਮ ਕਦੋਂ ਹੋ ਗਏ। ਤੇ ਜਦੋਂ ਚੰਗਿਆਈਆਂ ਵਾਲਾ ਸੁਭਾਅ ਪੱਕ ਗਿਆ ਉਦੋਂ ਵੀ ਪਤਾ ਹੀ ਨਹੀਂ ਲੱਗਣਾ ਕਿ 5-7 ਚੰਗੇ ਕੰਮ ਕਦੋਂ ਹੋ ਗਏ। ਬੁਰੇ ਕੰਮਾਂ ਤੋਂ ਬਚਣਾ ਤੇ ਚੰਗੇ ਕੰਮਾਂ ਵਾਲੇ ਪਾਸੇ ਅਸੀਂ ਲੱਗਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਦਾ ਭਾਈ ਲੇਖਾ ਹੋਣਾ। ਚਾਹੇ ਹੁਣ ਦੇਖੋ, ਹੁਣ ਮੇਰੇ ਹੱਥ ਕਿੰਨਾ ਕੁਛ ਹੋ ਗਿਆ। ਹੁਣ ਆਏ ਨਹੀਂ ਹੈਗਾ ਵੀ ਸਾਰਾ ਕੁਝ ਹੀ ਰੱਬ ਦੇ ਹੱਥ ਆ। ਉਹਨੇ ਕੀਤਾ ਹੋਇਆ, ਉਹਨੇ ਕਰ ਦਿੱਤਾ, ਉਹਨੇ ਕਿਰਪਾ ਵੀ ਕਰ ਦਿੱਤੀ, ਉਹਨੇ ਕੰਨ ਵੀ ਲਾ ਦਿੱਤੇ, ਉਹਨੇ ਮੌਕਾ ਵੀ ਦੇ ਦਿੱਤਾ। ਸਾਡੇ ਗੁਰੂ ਸਾਹਿਬਾਨਾਂ ਨੇ ਇੰਨੇ ਆਪਦੇ ਸਰੀਰਾਂ ਤੇ ਆਪਣੇ ਕਸ਼ਟ ਝੱਲ ਕੇ, ਸਾਡੇ ਗੁਰਮੁਖ ਪਿਆਰਿਆਂ ਨੇ, ਸ਼ਹੀਦਾਂ ਸਿੰਘਾਂ ਨੇ ਆਪਣੇ ਤਨਾਂ ਤੇ ਸਾਰਾ ਕੁਝ ਝੱਲ ਕੇ ਸਾਡੇ ਤੱਕ ਇਹ ਗੁਰਬਾਣੀ ਦਾ ਗਿਆਨ ਪਹੁੰਚਾ ਦਿੱਤਾ। ਹੁਣ ਇਦੋਂ ਅੱਗੇ ਇਹ ਲੈਣਾ, ਜਿਵੇਂ ਕਹਿ ਲਈਏ ਵੀ 36 ਪ੍ਰਕਾਰ ਦਾ ਭੋਜਨ ਪਰੋਸ ਕੇ ਬੀਬੀਆਂ ਨੇ ਬਹੁਤ ਮਿਹਨਤ ਕੀਤੀ, ਬੜੀ ਵਧੀਆ ਖਾਣਾ ਬਣਾਇਆ, 2-3 ਸਬਜ਼ੀਆਂ ਬਣਾਈਆਂ, ਥਾਲ ਪਰੋਸ ਕੇ ਰੱਖ ਦਿੱਤਾ। ਹੁਣ ਕਿਤੇ ਮੂਰਖ ਮਨਾ ਇਹ ਨਾ ਰਹਿ ਜੀ ਵੀ ਆਪੇ ਹੀ ਮੂੰਹ 'ਚ ਪੈ ਜਾਊਗਾ। ਹੁਣ ਇਹ ਕੰਮ ਤੈਨੂੰ ਆਪ ਕਰਨਾ ਪਊਗਾ, ਚੱਕ ਕੇ ਛਕਣਾ ਪਊਗਾ। ਇਸੇ ਤਰ੍ਹਾਂ ਇਹ ਗਿਆਨ, ਧਿਆਨ, ਇਹ ਖਜ਼ਾਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੁੱਟ ਤੋਲ। ਖਾਬੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੋ। ਇਹ ਬੜਾ ਵੱਡਾ ਖਜ਼ਾਨਾ, ਇਹ ਅਸੀਂ ਪ੍ਰਾਪਤ ਕਰਨਾ ਸਿੱਖਾਂ ਦੇ ਵਾਸਤੇ ਸਭ ਤੋਂ ਵੱਡਾ ਜ਼ਰੂਰੀ ਕੰਮ ਇਹ ਹੈ ਕਿ ਆਪਣੇ ਆਪ ਨੂੰ ਸਮਝ ਲਈਏ, ਆਪਣੇ ਲੇਖੇ ਨੂੰ ਸਮਝ ਲਈਏ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਬਾਨ ਮਹਿ ਸਿਰ ਨੀਮਾ ਕਰ
ਵੇਖ। ਇਸ ਤਰ੍ਹਾਂ ਭਾਈ ਤੇਰੇ ਧਰਮ ਦੀ ਤੱਕੜੀ ਲੱਗੀ ਹੈ, ਅਸੀਂ ਦੂਰ ਨਹੀਂ ਹੋਣਾ, ਉਹ ਬਿੱਥ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਵੇਂ ਕਰਨੀ ਹੈ? ਇਹ ਗਿਆਨ ਲੈ ਕੇ। ਗਿਆਨ ਕਿੱਥੋਂ ਲੈਣਾ? ਗੁਰੂ ਗ੍ਰੰਥ ਸਾਹਿਬ ਜੀ ਤੋਂ। ਤੇ ਕਿਵੇਂ ਲੈਣਾ? ਜਿਵੇਂ ਆਪਾਂ ਬੈਠ ਕੇ ਥੋੜ੍ਹਾ ਥੋੜ੍ਹਾ ਕਰਕੇ ਵਿਚਾਰ ਰਹੇ ਹਾਂ, ਕਿਉਂਕਿ ਪਹਿਲੀਆਂ ਕਲਾਸਾਂ ਇਹ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ। ਇਹ ਤਾਂ ਅਨਾਰ ਦੀ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਪਾਸਿਆਂ ਨੂੰ ਇਹਦੇ ਅਰਥ ਨਿਕਲਦੇ ਆ। ਆਪਾਂ ਸੌਖੇ ਟੂਕ ਮਾਤਰ ਸਮਝ ਰਹੇ ਹਾਂ ਤਾਂ ਕਿ ਸਾਡੇ ਮਨ ਨੂੰ ਮਾੜਾ ਮੋਟਾ ਝਟਕਾ ਲੱਗ ਜਾਵੇ, ਕਿਉਂਕਿ ਸੁੱਤੇ ਮਨਾਂ ਨੂੰ ਜਗਾਉਣਾ ਗੁਰਮੁਖ ਪਿਆਰਿਓ ਔਖਾ ਤਾਂ ਹੁੰਦਾ ਬਹੁਤ। ਗਾਲਾਂ ਵੀ ਪੈਂਦੀਆਂ, ਕਿਉਂਕਿ ਮਾਂ ਵੀ ਜਦ ਬੱਚੇ ਨੂੰ ਸੁੱਤੇ ਨੂੰ ਜਗਾਉਂਦੀ ਆ ਤੇ ਇੱਕ ਵਾਰੀ ਆਪਾਂ ਦੁਖੀ ਹੋ ਕੇ ਕਹਿੰਦੇ ਆ ਕਿ ਪਰੇ ਹੋ ਜਾ 10 ਮਿੰਟ ਸੌ ਲੈਣ ਦੇ, ਪਰ ਜਦੋਂ ਮਾਂ ਫਿਰ ਵੀ ਗਾਲਾਂ ਖਾ ਕੇ ਵੀ ਜਗਾ ਦਿੰਦੀ ਆ, ਫਿਰ ਆਪਾਂ ਕਹਿੰਦੇ ਆ ਕਦੇ ਕਦੇ ਮੰਮੀ ਵਧੀਆ ਕੀਤਾ, ਮੈਂ ਅੱਜ ਨਜ਼ਾਰਾ ਹੀ ਆ ਗਿਆ, ਮੈਂ ਇੰਨਾ ਚਿਰ ਪਹਿਲਾਂ ਤਿਆਰ ਹੋ ਗਿਆ, ਮੇਰੀ ਬੱਸ ਨਹੀਂ ਲੰਘੀ, ਮੇਰੀ ਟ੍ਰੇਨ ਨਹੀਂ ਲੰਘੀ, ਮੈਂ ਸਕੂਲ ਕਾਲਜ ਜਾਂ ਨੌਕਰੀ 'ਤੇ ਸਹੀ ਟਾਈਮ 'ਤੇ ਪਹੁੰਚ ਗਿਆ, ਇੰਨਾ ਸਮਾਂ ਸੀ ਮੇਰੇ ਕੋਲੇ। ਫਿਰ ਅਸੀਂ ਖੁਸ਼ ਹੁੰਦੇ ਆ। ਇਸੇ ਤਰ੍ਹਾਂ ਹੀ ਆ ਭਾਈ, ਸੁੱਤੇ ਹੋਏ ਮਨਾਂ ਨੂੰ ਜਗਾਉਣਾ ਵੀ ਬੜਾ ਔਖਾ। ਰੱਬ ਕਰੇ, ਪਰਮਾਤਮਾ ਕਿਰਪਾ ਕਰੇ, ਕੋਈ ਨਾ ਕੋਈ ਗੱਲ ਸਾਡੇ ਮਨਾਂ ਨੂੰ ਟੁੰਬ ਜਾਵੇ, ਅਸੀਂ ਸਮੇਂ ਰਹਿੰਦੇ 'ਚ ਜਾਗ ਸਕੀਏ। ਤੇ ਮਗਰੋਂ ਜਿਹੜਾ ਹੈ ਜਦ ਨੂੰ ਅਸੀਂ ਧੰਨਵਾਦ ਕਰਨਾ ਹੁੰਦਾ, ਉਦੋਂ ਨੂੰ ਕਿਤੇ ਦੀ ਕਿਤੇ ਗੱਲਾਂ ਚਲੀਆਂ ਜਾਂਦੀਆਂ। ਚਲੋ ਵਾਹਿਗੁਰੂ ਕਿਰਪਾ ਕਰਨ। ਸੋ ਇਸ ਤਰ੍ਹਾਂ ਸਮਝਾ ਰਹੇ ਹਨ, ਅਸੀਂ ਦੂਰੀ ਆਪਣੀ ਖਤਮ ਕਰਨੀ ਹੈ, ਪਰਮਾਤਮਾ ਦੇ ਨੇੜੇ ਹੋਣਾ ਭਾਈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਹੁਣ ਜਿਨ੍ਹਾਂ ਨੇ ਨਾਮ ਮੀਨ ਜੋ ਪ੍ਰਮਾਤਮਾ ਦੀ ਹੋਂਦ ਉਹਦੇ ਬਾਰੇ ਸਮਝਿਆ, ਧਿਆਇਆ, ਧਿਆਨ ਲਾਇਆ ਇੱਧਰਲੇ ਪਾਸੇ। ਸਾਡਾ ਨਾਮ ਕੀ ਹੈ? ਗੁਰਬਾਣੀ ਨੂੰ ਸਮਝਣਾ। ਸਭ ਤੋਂ ਪਹਿਲਾਂ ਸਾਡਾ ਨਾਮ ਇਹੀ ਹੈ। ਹਰ ਸਿੱਖ ਦਾ ਇਹ ਫਰਜ਼ ਹੈ ਗੁਰਬਾਣੀ ਦਾ ਕੋਰਸ ਕਰਨਾ। ਸਾਡੇ ਵਾਸਤੇ ਕੋਰਸ ਹੈ ਇੱਕ ਜ਼ਰੂਰੀ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਤਾਂ ਅੰਮ੍ਰਿਤ ਛਕਣ ਤੋਂ ਪਹਿਲਾਂ। ਇਹ ਸਾਰੀ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਣਾ, ਪੜ੍ਹਨਾ, ਜਾਣਨਾ, ਤਾਂ ਕਿ ਅਸੀਂ ਧਰਮੀ ਹੋ ਕੇ ਨਕਲੀ ਧਰਮੀ ਨਾ ਰਹਿ ਜਾਈਏ। ਸੋ ਮਹਾਰਾਜ ਸਮਝਾ ਰਹੇ ਹਨ ਕਿ ਜਿਹੜੇ ਵੀ ਇਸ ਇੱਧਰਲੇ ਪਾਸੇ ਨੂੰ ਚੱਲਦੇ ਆ, ਇਹ ਕਿਉਂਕਿ ਸੌਖਾ ਕੰਮ ਹੈ ਨਹੀਂਗਾ। ਪੰਜਾਂ ਖੰਡਾਂ ਦੇ ਵਿੱਚੋਂ ਸੁਰਤ ਨਿਕਲਦੀ ਆ, ਵਿੱਚ ਦੀ ਨਿਗਾਉਣੀ ਪੈਂਦੀ ਆ, ਤੇ ਫਿਰ ਇਹ ਕਰੜਾ ਸਾਰਾ ਸੱਚ 'ਤੇ ਚੱਲਣਾ ਬੜਾ ਔਖਾ ਕੰਮ ਆ। ਪਰ ਜਿਹੜੇ ਮਿਹਨਤੀ ਗੁਰਮੁਖ ਪਿਆਰੇ, ਜਿਨ੍ਹਾਂ ਆਪਾਂ ਸਿੰਘਾਂ ਸਿੰਘਣੀਆਂ ਨੂੰ ਅੱਜ ਤੱਕ ਵੀ ਅਰਦਾਸਾਂ ਦੇ ਵਿੱਚ ਯਾਦ ਕਰਦੇ ਆ, ਜਿਹੜੇ ਧਰਮ ਕਮਾ ਕੇ ਚਲੇ ਗਏ, ਆਪਣੇ ਜਿਹੜੇ ਜੀਵਨ ਦੀਆਂ ਕੁਰਬਾਨੀਆਂ ਕਰਕੇ ਚਲੇ ਗਏ, ਜਿਹੜੇ ਮਾਨਵਤਾ ਨੂੰ ਬਹੁਤ ਕੁਝ ਦੇ ਕੇ ਚਲੇ ਗਏ, ਉਹ ਅੱਜ ਵੀ ਗਏ ਨਹੀਂ, ਸਰੀਰਕ ਤੌਰ 'ਤੇ ਚਲੇ ਗਏ, ਪਰ ਉਹ ਸਾਡੇ ਵਿੱਚ ਹਨ, ਉਹ ਜਿੰਦਾ ਹਨ। ਉਹਨਾਂ ਦੀਆਂ ਸਿੱਖਿਆਵਾਂ ਚੰਗੇ ਮਨੁੱਖਾਂ ਦੀਆਂ, ਚੰਗੇ ਆਦਮੀਆਂ ਦੀਆਂ, ਗੁਰੂਆਂ ਪੀਰਾਂ ਦੀਆਂ ਅੱਗੇ ਦੀ ਅੱਗੇ ਚੱਲਦੀਆਂ ਰਹਿਣਗੀਆਂ। ਇਹ ਬੜਾ ਭਾਈ ਮਿਹਨਤ ਦਾ ਕੰਮ ਆ। ਜਿਹਨੇ ਇਹ ਮਿਹਨਤ ਕਰ ਲਈ, ਜਿਹੜਾ ਗੁਰਮੁਖ ਪਿਆਰਾ ਇਸ ਤਰ੍ਹਾਂ ਗੁਰੂ ਦੀ ਬਾਣੀ ਨਾਲ ਜੁੜ ਗਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਉਹ ਮਸ਼ੱਕਤ ਕਰਕੇ, ਉਹ ਘਾਲਣਾ ਘਾਲ ਕੇ ਚਲੇ ਗਏ, ਭਾਵ ਉਹ ਆਪਣਾ ਜੀਵਨ ਵਧੀਆ ਬਣਾ ਗਏ, ਉਹ ਵਿਕਾਰਾਂ ਵਾਲੇ ਪਾਸਿਓਂ ਆਪਣੀ ਘਾੜਤ ਕਢਾ ਗਏ। ਉਹ ਇੱਕ ਮੁੱਚ ਤੋਂ ਇੱਕ ਚੰਗੇ ਮੇਜ਼ ਕੁਰਸੀ ਕਿਸੇ ਦੇ ਕੰਮ ਆਉਣ ਵਾਲੇ ਪਰ ਉਪਕਾਰੀ ਸੱਜਣ ਗੁਰਮੁਖ ਰੂਹ ਬਣ ਗਏ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਪ੍ਰੋਸੈਸ ਦੇ ਵਿੱਚ ਦੀ ਕੱਢ ਲਿਆ, ਆਪਣੇ ਆਪ 'ਤੇ ਆਪਣੀ ਘਾੜਤ ਘੜ ਲਈ, ਉਹਨਾਂ ਦੇ ਮੁਖ ਉਜਲੇ ਹੁੰਦੇ ਆ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੀਤੀ ਛੁੱਟੀ ਨਾਲ। ਤੇ ਉਹਨਾਂ ਜੁੜਿਆਂ ਹੋਇਆਂ ਨਾਲ ਜੁੜ ਕੇ ਕਿੰਨੇ ਹੋਰ ਵੀ ਛੁੱਟ ਸਕਦੇ ਹਨ। ਭਾਵ ਅਰਥ, ਇਹ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਬਸੈ ਮਨ ਆਏ। ਗੁਰਬਾਣੀ ਇਹ ਚਾਨਣ ਆ, ਇਹ ਪ੍ਰਕਾਸ਼ ਆ, ਇਹ ਗਿਆਨ ਆ, ਕਰਮਾਂ ਵਾਲਿਆਂ ਦੇ ਇਹ ਵਸਦੀ ਆ ਹਿਰਦੇ ਦੇ ਵਿੱਚ। ਹੁਣ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਗੁਰਬਾਣੀ ਜਗ ਰਹੀ ਹੈ। ਗੁਰਬਾਣੀ ਜਗ ਦਾ ਦੀਵਾ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਨਹਿ ਇਹ ਨੈਕ ਨ ਮਾਨੂ, ਕਿ ਜਾਗਦੀ ਜੋਤ ਕਹਿੰਦੇ ਆਪਾਂ, ਭਾਵ ਗਿਆਨ ਭਰਪੂਰ ਆ। ਤੇ ਹੁਣ ਜਦੋਂ ਇਹ ਗਿਆਨ ਨੂੰ ਸਮਝ ਕੇ ਅਸੀਂ ਆਪ ਗਿਆਨ ਲਵਾਂਗੇ, ਭਾਵ ਕਿ ਜਗਦੀ ਹੋਈ ਗੁਰਬਾਣੀ ਦੇ ਨਾਲ ਆਪਣੇ ਬੁਝੇ ਹੋਏ ਮਨ ਨੂੰ ਜੋੜ ਦਿਆਂਗੇ। ਜਦੋਂ ਜਗਦੇ ਹੋਏ ਦੀਵੇ ਨਾਲ ਜੁੜ ਕੇ ਲੱਖਾਂ ਦੀਵੇ ਜਗ ਸਕਦੇ ਆ। ਜਾਂ ਆਪਾਂ ਸੌਖਾ ਕਰ ਲਈਏ ਬਈ, ਇੱਕ ਦੀਵਾ ਜਗਿਆ ਹੋਵੇ,
ਉਹਦੇ ਨਾਲ ਜੁੜ ਕੇ ਲੱਖਾਂ ਦੀਵੇ ਜਗ ਸਕਦੇ ਆ। ਲੱਖਾਂ ਦੀਵੇ ਇੱਕ ਬੁਝੇ ਹੋਏ ਦੀਵੇ ਨੂੰ ਜਗਾ ਨਹੀਂ ਸਕਦੇ। ਇੱਕ ਜਗਿਆ ਹੋਇਆ ਦੀਵਾ ਲੱਖਾਂ ਬੁਝਿਆ ਹੋਇਆਂ ਦੀਵਿਆਂ ਨੂੰ ਜਗਾ ਸਕਦਾ ਹੈ। ਭਾਵ ਜਿਹਨੇ ਮਿਹਨਤ ਕਰ ਲਈ, ਜਿਹੜਾ ਗੁਰਮੁਖ ਬਣ ਗਿਆ, ਜਿਹੜਾ ਸਿੱਖ ਬਣ ਗਿਆ, ਜਿਹਦੀ ਉੱਚੀ ਅਵਸਥਾ ਹੋ ਗਈ, ਉਹਦੇ ਭਾਈ ਪਰਮਾਤਮਾ ਰੱਬ ਦੀ ਦਰਗਾਹ ਦੇ ਵਿੱਚ ਮੁਖ ਉਜਲੇ ਹੋ ਜਾਂਦੇ ਆ। ਤੇ ਉਹਦੇ ਨਾਲ ਜੁੜਨ ਵਾਲੇ ਵੀ, ਕਿਉਂਕਿ ਉਹ ਆਪਣੇ ਨਾਲ ਨਹੀਂ ਜੋੜਦਾ, ਫਿਰ ਉਹ ਜਿਹੜਾ ਇੱਥੇ ਪਹੁੰਚ ਜਾਂਦਾ ਉਹ ਸਰੀਰਾਂ ਨਾਲ ਥੋੜ੍ਹੀ ਜੋੜੂਗਾ। ਜਿਹਨੇ ਸਮਝ ਲੀਆਂ ਇਹ ਗੱਲਾਂ ਵੀ ਇਹ ਤਾਂ ਅੰਦਰਲੀਆਂ ਗੱਲਾਂ, ਉਹ ਫਿਰ ਸਿੱਧਾ ਕਿਹਦੇ ਨਾਲ ਜੋੜੇਗਾ? ਗੁਰਬਾਣੀ ਨਾਲ। ਤੇ ਜਿਹੜੇ ਗੁਰਮੁਖ ਪਿਆਰੇ ਸਾਨੂੰ ਗੁਰਬਾਣੀ ਬਾਰੇ ਸਮਝਾਉਂਦੇ ਆ, ਗੁਰਬਾਣੀ ਬਾਰੇ ਦੱਸਦੇ ਆ, ਮੈਨੂੰ ਲੱਗਦਾ ਵੀ ਉਹ ਬਹੁਤ ਸਤਿਕਾਰਯੋਗ ਆ। ਉਹਨਾਂ ਅੱਗੇ ਸਿਰ ਝੁਕਦਾ, ਜੋ ਸਮਾਜ ਨੂੰ ਭਲਾ ਬਣਾਉਣਾ ਚਾਹੁੰਦੇ ਆ, ਜੋ ਸਾਡੇ ਸਿੱਖਾਂ ਨੂੰ ਸਿੱਖਿਆ ਦਿੰਦੇ ਆ। ਅਸੀਂ ਸਾਰਿਆਂ ਨੇ ਰਲ ਕੇ ਬੈਠ ਕੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕਰਨੀ ਹੈ। ਸਭ ਤੋਂ ਵੱਡਾ ਕੰਮ ਆ ਸਾਡੇ ਵਾਸਤੇ ਇਹ ਭਾਈ। ਇਸ ਤਰ੍ਹਾਂ ਸ਼ਲੋਕ ਦੇ ਵਿੱਚ ਗੁਰੂ ਬਾਬਾ ਜੀ ਨੇ ਸਮਝਾ ਦਿੱਤਾ। ਆਓ ਇੱਕ ਵਾਰੀ ਫੇਰ ਸ਼ਲੋਕ ਨੂੰ ਸਰਵਣ ਕਰੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਸੋ ਗੁਰਮੁਖ ਪਿਆਰਿਓ, ਇਸ ਤਰ੍ਹਾਂ ਆਪਣੇ ਆਪਣੇ ਰਸਤੇ 'ਤੇ ਚੱਲ ਕੇ, ਆਪਣੇ ਆਪਣੇ ਰਾਹ 'ਤੇ ਚੱਲ ਕੇ, ਇੱਕ ਹਿੰਦੂ ਵੀਰ ਆਪਣੇ ਰਸਤੇ 'ਤੇ ਚੱਲ ਕੇ ਆਪਣੀ ਆਤਮਿਕ ਅਵਸਥਾ ਨੂੰ ਉੱਚੀ ਕਰ ਸਕਦਾ। ਇੱਕ ਮੁਸਲਮਾਨ ਆਪਣੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਸਾਡੇ ਸਿੱਖਾਂ ਵਾਸਤੇ ਆ ਸਭ ਤੋਂ ਵੱਡੀ ਗੁਰਬਾਣੀ। ਅਸੀਂ ਸਿੱਖ ਗੁਰਬਾਣੀ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਉਹ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ, ਆਪਣੀ ਵਿੱਥ ਖਤਮ ਕਰ ਸਕਦੇ ਹਾਂ। ਦੂਜਾ, ਇਸ ਗੁਰਬਾਣੀ ਨੂੰ ਕੋਈ ਵੀ ਸਮਝ ਸਕਦਾ। ਇਹ ਮੈਂ ਤਾਂ ਥੋੜ੍ਹਾ ਜਿਹਾ ਜ਼ਰੂਰੀ ਕੀਤਾ ਬਈ ਦੂਜੇ ਵੀਰਾਂ ਨੂੰ ਆਪਾਂ ਉਨਾ ਕਹਿ ਨਹੀਂ ਸਕਦੇ, ਸਿੱਖਾਂ ਨੂੰ ਆਪਾਂ ਇਹ ਜ਼ਰੂਰੀ ਕਹਿ ਸਕਦੇ ਹਾਂ, ਤਾੜ ਕੇ ਕਹਿ ਸਕਦੇ ਹਾਂ ਕਿ ਸਾਡੇ ਵਾਸਤੇ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਅਗੰਮੀ ਇਲਾਹੀ ਬਾਣੀ ਨੂੰ, ਜਿਹਦੇ ਬਹੁਤ ਸਾਰੇ ਟੀਕੇ ਹੋ ਚੁੱਕੇ ਆ, ਬਹੁਤ ਸਾਰੇ ਗਿਆਨੀਆਂ ਧਿਆਨੀਆਂ ਨੇ ਜਿਹੜਾ ਹੈ ਅਰਥ ਕੀਤੇ ਹੋਏ ਆ, ਬਹੁਤ ਵਧੀਆ ਵਧੀਆ ਅਰਥ ਕੀਤੇ ਆ। ਆਪਾਂ ਤਾਂ ਐਵੇਂ ਟੂਕ ਮਾਤਰ ਕਿਵੇਂ ਵਿੱਚੋਂ ਵਿੱਚੋਂ ਸਮਝਣ ਦੀ ਕੋਸ਼ਿਸ਼ ਕੀਤੀ, ਇੰਨੀ ਬੁੱਧੀ ਨਹੀਂ ਹੈ। ਗੁਰਬਾਣੀ ਸਮੁੰਦਰ ਦੀ ਨਿਆਈ ਹੈ, ਮੱਤ ਇੱਕ ਬੂੰਦ ਕੁ ਜਿੰਨੀ ਹੈ। ਸੋ ਗੁਰਬਾਣੀ ਨੂੰ ਸਮਝਦਿਆਂ, ਗੱਲਬਾਤ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।